ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਰ ਬ੍ਰਹਮ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ, ਦੀਨ ਦੁਨੀਆ ਦੇ ਮਾਲਿਕ, ਵਾਲੀਏ ਕੁਲ ਆਲਮ, ਸਾਹਿਬੇ ਕਮਾਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਸ ਵੱਡੇ ਦੀਆਂ ਵਿਚਾਰਾਂ ਦੇ ਨਾਲ ਜੁੜਨ ਦੇ ਲਈ ਗੁਰਦੁਆਰਾ ਧੰਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਸੰਤ ਵਿਹਾਰ ਚੱਲ ਰਹੀ ਜਪਜੀ ਸਾਹਿਬ ਦੀ ਲੜੀਵਾਰ ਵਿਆਖਿਆ ਦੇ ਨਾਲ ਸਾਂਝ ਪਾਉਣ ਲਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋ ਰਹੇ ਹੋ। ਸਾਧ ਸੰਗਤ ਜੀ ਆਓ, ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਆਪਾਂ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ 6ਵੀਂ ਪੌੜੀ ਦੀ ਸ਼ੁਰੂਆਤ ਕੀਤੀ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦੇ ਦੁਆਰਾ। ਸਾਧ ਸੰਗਤ ਜੀ, ਇਹ ਜੋ ਕੁਛ ਵੀ ਕਾਰਜ ਹੋ ਰਿਹਾ ਨਾ, ਇਹ ਉਹਦੀ ਬਖਸ਼ਿਸ਼ ਦੇ ਨਾਲ ਹੀ ਹੋ ਰਿਹਾ, ਕਿਉਂਕਿ ਉਹਦੇ ਤੋਂ ਬਗੈਰ ਤੇ ਇੱਕ ਪੱਤਾ ਵੀ ਨਹੀਂ ਹਿਲਦਾ, ਆਪਾਂ ਇੱਕ ਸਵਾਸ ਵੀ ਨਹੀਂ ਲੈ ਸਕਦੇ। ਕਿਸੇ ਨੇ, ਅਦੀਬ ਨੇ ਸ਼ੱਕ ਕੀਤਾ ਕਿਸੇ ਬਾਣੀ ਪੜ੍ਹਨ ਵਾਲੇ ਤੇ, ਰੱਬ ਦਾ ਨਾਮ ਜਪਣ ਵਾਲੇ ਤੇ। ਉਸਨੇ ਕਿਹਾ ਵੀ ਤੂੰ ਇਤਨੀ ਬਾਣੀ ਪੜ੍ਹਦਾ ਹੈ, ਇਤਨਾ ਤੂੰ ਰੱਬ ਦਾ ਨਾਮ ਲੈਣਾ ਹੈ, ਸਾਰਾ ਦਿਨ ਅੱਲਾ ਅੱਲਾ ਕਰਦਾ ਰਹਿਣਾ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ, ਤੈਨੂੰ ਮਿਲਦਾ ਕੀ ਹੈ ਕਿਤੇ? ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ, ਹਰ ਇੱਕ ਦੀ ਇਨਸਾਨ ਦੀ ਉਡਾਰੀ ਆਪਣੀ ਆਪਣੀ ਹੈ। ਉਸਨੂੰ ਪਰਮਾਤਮਾ ਨੇ ਬੁੱਧ ਜਿਹੜੀ ਹੈ, ਮਤ ਜਿਹੜੀ ਹੈ, ਉਹ ਵੱਖਰੀ ਵੱਖਰੀ ਦਿੱਤੀ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੇ ਉਹਦੇ ਨਾਲ ਹੀ ਉਹ ਆਪਣੇ ਹਿਸਾਬ ਦੇ ਨਾਲ ਵਿਖਿਆਨ ਕਰ ਰਿਹਾ, ਆਪਣੀ ਗੱਲਬਾਤ ਅੱਗੇ ਰੱਖ ਰਿਹਾ। ਤੈਨੂੰ ਮਿਲਦਾ ਕੀ ਹੈ? ਰੋਜ਼ ਤੂੰ ਨਿਤਨੇਮ ਦੇ ਨਾਲ ਗੁਰਦੁਆਰੇ ਵੀ ਜਾਣਾ, ਜਾਂ ਤੂੰ ਮਸਜਿਦ ਵੀ ਜਾਣਾ, ਮੰਦਿਰ ਵੀ ਜਾਣਾ, ਜਿੱਥੇ ਵੀ ਉਹਨਾਂ ਦਾ ਇਸ਼ਟ ਹੈ, ਹਰ ਇੱਕ ਦਾ ਆਪਣਾ ਆਪਣਾ ਇਸ਼ਟ ਹੈ, ਮਾਲਕ ਹੈ ਜਿਹਦੇ ਕੋਲ ਜਾਂਦੇ ਆ। ਤੇ ਉਹਨੇ ਫਿਰ ਜਵਾਬ ਦਿੱਤਾ, ਕਹਿੰਦਾ ਭਲੇ ਮਾਨਸਾ, ਇਹ ਜਿਹੜੇ ਆਪਾਂ ਸਵਾਸ ਲੈ ਰਹੇ ਆ ਨਾ, ਜਿਹੜੇ ਆਪਾਂ ਰਾਤ ਨੂੰ ਸੌਂਦੇ ਆ ਨਾ, ਇਹ ਉਹਦੀ ਬਖਸ਼ਿਸ਼ ਦੇ ਨਾਲ ਹੀ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ।
ਉਹਦੀ ਬਖਸ਼ਿਸ਼ ਤੋਂ ਬਗੈਰ, ਉਹਦੀ ਨਦਰ ਤੋਂ ਬਗੈਰ ਕੁਛ ਨਹੀਂ ਹੁੰਦਾ। ਦੂਸਰੀ ਗੱਲ, ਉਹ ਹਰ ਇੱਕ ਚੀਜ਼ ਨੂੰ ਦੇਖਦਾ ਪਿਆ ਹੈ। ਮਹਾਰਾਜ ਫਰਮਾਉਂਦੇ ਸਦ ਸੁਣਦਾ, ਸਦ ਵੇਖਦਾ। ਉਹ ਸਾਡੇ ਹਰ ਇੱਕ ਕਰਮ ਨੂੰ ਪਰਮਾਤਮਾ ਦੇਖਦਾ ਹੈ। ਸਾਡੇ ਵੱਲੋਂ ਉਹਦੇ ਵੱਲ ਕੀਤੀ ਹੋਈ ਪੁਕਾਰ ਨੂੰ ਉਹ ਹਰ ਇੱਕ ਪੁਕਾਰ ਨੂੰ ਸੁਣਦਾ ਹੈ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਾ ਭਰਪੂਰ। ਮਹਾਰਾਜ ਫਰਮਾਉਂਦੇ ਹਨ, ਕਹਿੰਦੇ ਵੀ ਭਲੇ ਮਾਨਸਾ, ਤੂੰ ਕਹਿਣਾ ਕਿ ਉਹਨੇ ਮੇਰੇ ਵਾਸਤੇ ਕੀਤਾ ਕੀ ਹੈ। ਅੱਜ ਦੀ ਜੋ ਆਪਾਂ ਜਿੱਥੋਂ ਕੱਲ ਵਿਚਾਰ ਆਪਾਂ ਸੰਕੋਚੀ ਸੀ ਨਾ, ਜਿਹਨੂੰ ਆਪਾਂ ਕੱਲ ਵਿਸ਼ਰਾਮ ਦਿੱਤਾ ਸੀ, ਉਹ ਸੀ ਕਰਮਾਂ ਦੀ ਗੱਲ। ਮਹਾਰਾਜ ਫਰਮਾਉਂਦੇ ਐ, ਅਸੀਂ ਰੋਜ਼ ਬਚਨ ਪੜ੍ਹਦੇ ਐ, ਜੇਕਰ ਕੋਈ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ ਤੇ ਮਹਾਰਾਜ ਕਹਿੰਦੇ ਆ ਇਹ ਉਹਦੇ ਆਪਣੇ ਕਰਮਾਂ ਦੀ ਖੇਡ ਹੈ। ਕਿਰਤ ਕਰਮ ਕੇ ਵਿਛੜੇ। 12 ਮਹਾਂ ਦੀ ਪਹਿਲੀ ਪੰਕਤੀ ਤੁਸੀਂ ਪੜ੍ਹਦੇ ਹੋ ਮਾਝ ਰਾਗ ਦੇ ਵਿੱਚ। ਕਿਰਤ ਕਰਮ ਕੇ ਵਿਛੜੇ ਤੇ ਸਿੱਖਾ ਅਰਦਾਸ ਕਰ ਕਰ ਕਿਰਪਾ ਮੇਲੋ ਰਾਮ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿ ਮੈਨੂੰ ਮੇਲ ਲੈ। ਤੇ ਅਸੀਂ ਰਾਤ ਨੂੰ ਨਾ ਸੋਹਿਲਾ ਸਾਹਿਬ ਪੜ੍ਹਦੇ ਹਾਂ, ਤੇ ਸੋਹਿਲਾ ਸਾਹਿਬ ਦੇ ਵਿੱਚ ਵੀ ਇੱਕ ਪੰਕਤੀ ਆਉਂਦੀ ਹੈ, ਪਰਮਾਤਮਾ ਨਾਲ ਮਿਲਾਪ ਦੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਮੇਰੇ ਤੇ ਉਹ ਬਖਸ਼ਿਸ਼ ਕਰੋ ਜਿਹਦੇ ਕਰਕੇ ਮੇਰਾ ਪਰਮਾਤਮਾ ਦੇ ਨਾਲ ਮੇਰਾ ਮੇਲ ਹੋ ਜਾਵੇ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਕਿਉਂਕਿ ਘਰ ਘਰ ਇਹੋ ਪਹੁੰਚਾ। ਹਰ ਘਰ ਦੇ ਵਿੱਚ ਸੁਨੇਹਾ ਆਇਆ ਹੋਇਆ ਹੈ। ਹਰ ਘਰ ਦੇ ਵਿੱਚ ਸੁਨੇਹਾ ਆਇਆ ਹੋਇਆ ਹੈ। ਸਦੜੇ ਨਿਤ ਭਵਨ, ਰੋਜ਼ ਵਾਜਾ ਪੈ ਰਹੀਆਂ ਵੀ ਤੈਨੂੰ ਮੈਂ ਲੈ ਜਾਣਾ, ਬੰਦਾ ਬਣ ਜਾ। ਕਰ ਕਰ ਇਹੋ ਪਹੁੰਚਾ। ਪਹਿਲਾ ਸਾਡਾ ਸੁਨੇਹਾ ਕੀ ਆਇਆ, ਜਦੋਂ ਸਾਡੀ ਨਾ ਆ ਇੱਥੋਂ ਵਾਲਾਂ ਦੀ ਕਲਮ ਜਿਹੜੀ ਆ ਨਾ, ਇਹਦਾ ਜਦੋਂ ਵਾਲ ਪਹਿਲਾਂ ਚਿੱਟਾ ਹੋਇਆ ਹੁੰਦਾ ਨਾ, ਪਹਿਲਾਂ ਇੱਥੋਂ ਵਾਲ ਚਿੱਟੇ ਹੁੰਦੇ ਆ, ਇੱਥੋਂ ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਭਵਨ, ਸੱਦਨ ਹਾਰਾ ਸਿਮਰਿਆ ਨਾਨਕ ਸੇ ਦੇਹ ਅਵਨ। ਉਹਦਾ ਸਿਮਰਨ ਕਰੀਏ, ਉਹਦਾ ਚੇਤਾ ਕਰੀਏ। ਤੇ ਬਾਬਾ ਕਬੀਰ ਜੀ ਨਾਲ ਸਾਨੂੰ ਥੋੜੀ ਜਿਹੀ ਠੋਕਰ ਮਾਰਦੇ ਆ। ਬਾਬਾ ਕਬੀਰ ਜੀ ਕਹਿੰਦੇ ਦੇਖ ਮੇਰੇ ਪੁੱਤਰ, ਤੂੰ ਸਾਰੀ ਉਮਰ ਸੌਂ ਕੇ ਲੰਘਾ ਲਈ ਆ। ਕੀ ਕੀਤਾ ਤੂੰ ਸੌਂ ਕੇ? ਕਹਿੰਦੇ ਤੈਨੂੰ ਪਤਾ ਨਹੀਂ, ਕਹਿੰਦੇ ਇੱਕ ਦਿਨ ਤੂੰ ਕਹਿੰਦੇ ਸੌਂ ਜਾਣਾ, ਕਹਿੰਦੇ ਫਿਰ ਤੈਨੂੰ ਕਹਿੰਦੇ ਕਿਸੇ ਨੇ ਨਹੀਂ ਕਹਿੰਦੇ ਉਠਾਣਾ। ਇਸ ਕਰਕੇ ਤੂੰ ਜਿੰਨੀ ਦੇਰ ਤੱਕ ਤੇਰੇ ਅੰਦਰ ਸਵਾਸ ਚੱਲਦੇ ਆ, ਤੂੰ ਉੱਠ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਮੁਰਾਰ ਮੈਨੇ ਪਰਮਾਤਮਾ, ਮੁਰ ਆਰ, ਮੁਰ ਦੈਂਤ ਨੂੰ ਮਾਰਨ ਵਾਲਾ ਪਰਮਾਤਮਾ ਦਾ ਨਾਮ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਇੱਕ ਦਿਨ ਸੋਵਨ ਹੋਏਗੋ, ਇੱਕ ਦਿਨ ਤੂੰ ਸੌ ਜਾਣਾ। ਲਾਂਬੇ ਗੋੜ ਪਸਾਰ, ਗੋਡੇ ਲੰਬੇ ਕਰਕੇ ਤੂੰ ਸੌ ਜਾਣਾ, ਤੈਨੂੰ ਕਿਸੇ ਨੇ ਨਹੀਂ ਠਾਲਣਾ। ਫਿਰ ਉੱਥੇ ਇੱਕੋ ਗੱਲ ਹੋਣੀ ਹੈ, ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ। ਲੱਟ ਛਟਕਾਏ ਤਿਰਿਆ ਰੋਵੇ ਹੰਸ ਅਕੇਲਾ ਜਾਈ। ਤੇ ਬਾਬਾ ਕਬੀਰ ਜੀ ਕਹਿੰਦੇ ਰੇ ਬੋਰੇ ਤੋਹੀ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਆਓ ਆਪਾਂ ਅੱਜ ਦੀ ਪੌੜੀ ਦੇ ਨਾਲ ਆਪਾਂ ਸਾਂਝ ਪਾਈਏ। ਪਾਠ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਥੋੜਾ ਜਿਹਾ 2 ਅਕਸ਼ਰਾਂ ਦਾ ਉਚਾਰਨ ਦਾ ਖਿਆਲ ਕਰਨਾ। ਕੱਲ ਵੀ ਆਪਾਂ ਗੱਲ ਕੀਤੀ ਸੀ, ਤੀਰਥ ਨਾਵਾ ਜੇ ਤਿਸ ਪਾਵਾਂ, ਵਿਨ ਭਾਣੇ ਕੇ ਨਾਈ। ਥੋੜਾ ਜਿਹਾ ਹਾਹੇ ਦੀ ਆਵਾਜ਼ ਦੇ ਕੇ ਵਿੱਚ ਬੋਲਣਾ। ਨਾਈ ਨਹੀਂ ਕਹਿ ਦੇਣਾ ਇਹਨੂੰ ਆਪਾਂ, ਹੈ ਨਾਈ ਹੈ, ਲੇਕਿਨ ਇਹਨੂੰ ਨਾਈ ਨਹੀਂ, ਇੱਥੇ ਅਰਥ ਇਹਦੇ ਆਉਂਦੇ ਆ ਨਹਾਉਣ ਦੀ ਗੱਲ। ਫਿਰ ਨਹਾਏ, ਵਿਨ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਨੀ ਗੁਰਾ। ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪਾਂ ਗੱਲ ਕੱਲ ਸੰਕੋਚੀ ਸੀਗੀ ਕਰਮਾਂ ਤੇ ਗੱਲ, ਕਰਮਾਂ ਤੇ ਗੱਲ।
ਤੇ ਅਸੀਂ ਪੜ੍ਹਦੇ ਵੀ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੂੰ ਆਪਣੇ ਕਰਮਾਂ ਦੇ ਕਰਕੇ ਪ੍ਰਮਾਤਮਾ ਨਾਲ ਨਜ਼ਦੀਕ ਹੈ ਤੇ ਆਪਣੇ ਕਰਮਾਂ ਕਰਕੇ ਹੀ ਤੂੰ ਉਹਦੇ ਤੋਂ ਦੂਰ ਹੈ। ਹੁਣ ਇੱਥੇ ਨਾ ਮੈਨੂੰ ਕੱਲ ਘਰ ਜਾ ਕੇ ਜਦੋਂ ਮੈਂ ਸੋਚਿਆ ਇਸ ਪੌੜੀ ਦੇ ਬਾਰੇ ਵਿਚਾਰ, ਜਦੋਂ ਮੈਂ ਸੋਚੀ ਵੀ ਮੈਂ ਕੁਦਰਤੀ ਸੋਚਣਾ ਪੈਂਦਾ ਵੀ ਮੈਂ ਕੀ ਬੋਲ ਕੇ ਆਇਆ, ਕੋਈ ਐਸੀ ਗੱਲ ਨਾ ਹੋਵੇ ਜਿਹੜੀ ਸੰਗਤ ਨੂੰ। ਦੇਖੋ ਕੱਲ ਆਪਾਂ ਕਰਮਾਂ ਦਾ ਇੱਕ ਪਾਸਾ ਲਿਆ ਸੀ, ਹੁਣ ਦੂਸਰਾ ਪਾਸਾ ਮੈਂ ਲੈਣਾ ਚਾਹੁੰਦਾ। ਸਾਧ ਸੰਗਤ ਜੀ, ਤੁਸੀਂ ਕਿਸ ਤਰ੍ਹਾਂ ਦੇ ਵੀ ਕਰਮ ਕਰਦੇ ਹੋ, ਮੇਰੀ ਗੱਲ ਧਿਆਨ ਨਾਲ ਸੁਣਿਓ। ਗੁਰੂ ਤੁਹਾਡਾ ਇੰਨਾ ਸਮਰੱਥ ਹੈ, ਉਹ ਤੁਹਾਡੇ ਮਾੜੇ ਕਰਮਾਂ ਨੂੰ ਕੱਟ ਸਕਦਾ ਹੈ। ਇਹ ਵਿਸ਼ਵਾਸ ਰੱਖਣਾ ਪਵੇਗਾ ਗੁਰੂ ਤੇ। ਬਾਣੀ ਦੀ ਪੰਕਤੀ ਦੇ ਨਾਲ ਤੁਹਾਨੂੰ ਮੈਂ ਪ੍ਰਮਾਣ ਦਿਆਂਗਾ। ਮਹਾਰਾਜ ਦਾ ਬਚਨ ਹੈ, ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਤੇਰੇ ਕਰੋੜਾਂ ਕਰਮਾਂ ਨੂੰ ਕੱਟ ਕੇ ਰੱਖ ਦੇਵੇਗਾ। ਪਰੰਤੂ ਉਸ ਤੋਂ ਬਾਅਦ ਫਿਰ ਅੱਗੇ ਮਾੜੇ ਕਰਮ ਨਹੀਂ ਕਰਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ। ਇਹ ਨਾਲ ਹੈ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਇੱਕ ਮੈਂ ਆਪ ਜੀ ਨੂੰ ਸਾਖੀ ਦੇ ਨਾਲ ਸਾਂਝ ਪਾਵਾਂ। ਇੱਕ ਜਵਾਨ ਬੱਚਾ ਜਿਹਨੇ ਜਵਾਨੀ ਦੇ ਵਿੱਚ ਪੈਰ ਰੱਖਿਆ, ਅੱਜ ਉਹਦੀ ਮਾਂ ਬਿਮਾਰ ਹੈ। ਅੱਜ ਉਸ ਬੱਚੇ ਦਾ ਸਿਰ ਤੇ ਜੂੜਾ ਉਹ ਮਾਂ ਨਹੀਂ ਕਰ ਸਕੀ। ਮਾਂ ਕਹਿੰਦੀ, ਪੁੱਤ ਤੂੰ ਆਪਣਾ ਸਿਰ ਆਪ ਹੀ ਵਾਹ ਲੈ। ਉਹ ਬੱਚਾ ਸਿਰ ਵਾਹੁਣ ਵਾਸਤੇ ਸ਼ੀਸ਼ੇ ਦੇ ਸਾਹਮਣੇ ਗਿਆ, ਦਰਪਣ ਦੇ ਸਾਹਮਣੇ ਗਿਆ ਤੇ ਆਪਣਾ ਸਿਰ, ਆਪਣੇ ਕੇਸਾਂ ਦੀ ਸੰਭਾਲ ਜਿਹੜੀ ਆ ਉਹ ਕਰਨ ਲੱਗਾ। ਕਰਦਿਆਂ ਕਰਦਿਆਂ ਜਦੋਂ ਉਹਨੇ ਆਪਣੇ ਕੇਸਾਂ ਨੂੰ ਸਾਂਭਿਆ, ਜੂੜਾ ਬਣਾ ਕੇ ਸਿਰ ਤੇ ਰੱਖਿਆ, ਤੇ ਉਹਨੇ ਸ਼ੀਸ਼ੇ ਦੇ ਵਿੱਚ ਕੀ ਦੇਖਿਆ? ਉਹਦੇ ਮੱਥੇ ਤੇ ਇੱਕ ਨਿਸ਼ਾਨ ਹੈ। ਉਹਦੇ ਮੱਥੇ ਤੇ ਇੱਕ ਨਿਸ਼ਾਨ ਹੈ। ਉਸਨੇ ਬੜਾ ਹੈਰਾਨੀ ਦੇ ਨਾਲ ਸ਼ੀਸ਼ੇ ਦੇ ਵਿੱਚ ਲਾਗੇ ਹੋ ਕੇ ਦੇਖਿਆ ਵੀ ਇਹ ਨਿਸ਼ਾਨ ਕੀ ਹੈ। ਫਿਰ ਉਹਦੇ ਮਨ ਵਿੱਚ ਆਇਆ, ਕੇਸਾਂ ਦੀ ਸਾਂਭ ਕਰਦਿਆਂ ਕਰਦਿਆਂ ਹੋ ਸਕਦਾ ਮੈਂ ਬਚਪਨ ਦੇ ਵਿੱਚ ਕਿਤੇ ਡਿੱਗ ਗਿਆ ਹੋਵਾਂ, ਮੇਰੇ ਮੱਥੇ ਤੇ ਸੱਟ ਲੱਗ ਗਈ ਹੋਵੇ, ਜਾਂ ਬਚਪਨ ਦੇ ਵਿੱਚ ਮੈਂ ਕਿਤੇ ਬਿਮਾਰ ਹੋ ਗਿਆ ਹੋਵਾਂ, ਮੇਰੇ ਫੋੜਾ ਜਾਂ ਫਿੰਸੀ ਕੁਛ ਇਸ ਤਰ੍ਹਾਂ ਦਾ ਮੇਰੇ ਮੱਥੇ ਤੇ ਨਿਕਲ ਗਿਆ ਹੋਵੇ, ਇਹ ਉਹਦਾ ਨਿਸ਼ਾਨ ਹੋ ਸਕਦਾ। ਪਰੰਤੂ ਉਹਦੇ ਅੰਦਰ ਇੱਕ ਗੱਲ ਹੈ ਕਿ ਮੈਂ ਮਾਂ ਨੂੰ ਪੁੱਛਾਂ ਤੇ ਸਹੀ ਵੀ ਮਾਂ, ਇਹ ਜਿਹੜਾ ਮੇਰੇ ਮੱਥੇ ਤੇ ਨਿਸ਼ਾਨ ਮੈਂ ਅੱਜ ਦੇਖਿਆ, ਇਹ ਨਿਸ਼ਾਨ ਕਿੱਥੋਂ ਹੈ? ਆਪਣੇ ਕੇਸਾਂ ਦੀ ਸੰਭਾਲ ਕਰਕੇ ਆਪਣੀ ਮਾਂ ਕੋਲ ਗਿਆ। ਮਾਂ ਸੁੱਤੀ ਪਈ ਸੀ। ਮਾਂ, ਆ ਮੇਰਾ ਜਿਹੜੇ ਮੱਥੇ ਤੇ ਨਿਸ਼ਾਨ ਹੈ ਇਹ ਕਿੱਥੋਂ ਆਇਆ? ਇਸ ਨਿਸ਼ਾਨ ਦਾ ਮਤਲਬ ਕੀ ਹੈ? ਕੀ ਬਚਪਨ ਦੇ ਵਿੱਚ ਮੇਰੇ ਕੋਈ ਸੱਟ ਲੱਗ ਗਈ ਸੀ? ਕੀ ਬਚਪਨ ਦੇ ਵਿੱਚ ਮੇਰੇ ਸਿਰ ਦੇ ਉੱਪਰ ਕੋਈ ਫੋੜਾ, ਕੋਈ ਫਿੰਸੀ, ਕੁਝ ਇਸ ਤਰ੍ਹਾਂ ਦਾ ਜ਼ਖਮ ਹੋ ਗਿਆ ਸੀਗਾ ਜਿਹਦਾ ਇਹ ਨਿਸ਼ਾਨ ਹੈ? ਮਾਂ ਉੱਠੀ ਹੈ। ਮਾਂ ਨੇ ਜਦੋਂ ਨਿਸ਼ਾਨ ਦੇਖਿਆ, ਮਾਂ ਨੂੰ ਤੇ ਪਤਾ ਸੀ। ਮਾਂ ਨੇ ਜਦੋਂ ਬੱਚੇ ਦਾ ਚਿਹਰਾ ਦੇਖਿਆ, ਮਾਂ ਨੇ ਕੁਝ ਪਲਾਂ ਦੇ ਲਈ ਅੱਖਾਂ ਬੰਦ ਕਰ ਲਈਆਂ। ਮਾਂ ਨੇ ਅੱਖਾਂ ਬੰਦ ਕੀਤੀਆਂ। ਮਾਂ ਅੰਦਰੋਂ ਅੰਦਰ ਧਿਆਨ ਹੋਈ ਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ। ਪਾਣੀ ਜਿਹੜਾ ਨੀਰ ਸੀਗਾ ਉਹ ਛਲਕਣ ਲੱਗ ਪਿਆ। ਮਾਂ, ਤੈਨੂੰ ਕੀ ਹੋਇਆ? ਤੂੰ ਕਿਉਂ ਰੋਣੀ ਪਈ ਹੈ? ਮੈਂ ਤੇ ਇਹ ਪੁੱਛਿਆ ਸੀਗਾ ਮੇਰੇ ਮੱਥੇ ਦੇ ਉੱਪਰ ਜਿਹੜਾ ਨਿਸ਼ਾਨ ਹੈ ਇਹ ਨਿਸ਼ਾਨ ਕਿੱਥੋਂ ਹੈ? ਫਿਰ ਮਾਂ ਨੇ ਦਾਸਤਾਨ ਸੁਣਾਈ। ਕਹਿੰਦੀ, ਪੁੱਤ ਵੇ, ਤੇਰੇ ਬਾਪੂ ਅਸਾਮ ਦੀ ਧਰਤੀ ਦੀ ਗੱਲ ਕਰ ਰਿਹਾ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਥੇ ਗਏ ਸਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ 9ਵੀਂ ਜਾਮਾ ਜਦੋਂ ਅਸਾਮ ਦੀ ਧਰਤੀ ਤੇ ਆਏ ਤੇ ਪੁੱਤਰ ਸਾਡੀ ਉਮਰ ਵੀ ਕਾਫੀ ਹੋ ਚੁੱਕੀ ਸੀ, ਸਾਡੇ ਘਰ ਦੇ ਵਿੱਚ ਬੱਚਾ ਨਹੀਂ ਸੀ ਕੋਈ ਵੀ, ਸਾਡੇ ਘਰ ਦੇ ਵਿੱਚ ਔਲਾਦ ਨਹੀਂ ਸੀ ਕੋਈ, ਤੇ ਤੇਰਾ ਬਾਪੂ ਰਾਜਾ ਰਾਮ ਸਿੰਘ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸੋਏ ਸੁਣ ਕੇ, ਉਹਨਾਂ ਦੀਆਂ ਵਡਿਆਈਆਂ ਸੁਣ ਕੇ ਉਹਨਾਂ ਨੂੰ ਮਿਲਣ ਗਿਆ। ਜਦੋਂ ਮਿਲਣ ਗਿਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਗੁਰੂ ਸਾਹਿਬ ਕੋਲ ਬੈਠੇ ਤੇ ਗੁਰੂ ਸਾਹਿਬ ਨੇ ਕਿਹਾ, ਰਾਜਾ ਰਾਮ ਸਿੰਘ
तू कुछ अंदर ही अंदर तू कुछ झुरदा पिया है, कोई गल करना चाहुंदा है, दस तेरे अंदर की है। ते मत्था टेक के क्या गुरु साहेब उम्र बीत गई है सारी, थोड़ा जिहा समा रह गया, घर दे विच कोई पुत्तर नहीं है, घर दे विच कोई औलाद नहीं है। ते गुरु तेग बहादुर जी महाराज परमात्मा दे प्यार दे विच रंगे होए, उन्हां दे हत्थ दे विच एक अंगूठी सी, महाराज उस अंगूठी दे नाल खेल रहे हैं अपने, कदी इस हत्थ ते कदी इस हत्थ ते महाराज अंगूठी पा रहे हैं। ते करदियां करदियां महाराज ने जदों मत्था टेकिया ना राजा राम सिंह ने, ते महाराज ने की कीता, जदों मत्था ओदा चक्किया, वो अंगूठी अपने हत्थ नाल फड़ के ओदे मत्थे ते ला दित्ती। जा गुरु नानक दे घर दे विचों तैनूं बख्शिश प्राप्त होवेगी, लेकिन एक गल दा ख्याल करी, ओ बख्शिश दे केस भी रखने हन, उस बख्शिश दे दाढ़ी भी रखनी है, उस बख्शिश दे केसां नूं कतल नहीं करना, उस बख्शिश नूं सिੱਖੀ दे नाल जोड़ना। तेरे घर दे विच गुरु नानक दे घर तो बख्शिश होवेगी। पुत्र ये जिहड़ा तेरे मत्थे ते निशान है ना, ये मत्थे ते निशान गुरु तेग बहादुर जी महाराज दी बख्शिश है। वो निशान की सी साध संगत जी, वो निशान सी एक ओंकार दा। मेरे कहण तो भाव कि गुरु इतना समर्थ है, जिहदे घर दे विच कुछ भी नहीं है। महाराज इथों तक कहंदे पाशयंग क्रोध अगर निवे, गुरु अर्जुन देव जी महाराज पाशयंग क्रोध अगर नीवे, जिन्नू दुनिया धक्के मार मार के पिछे कर दी है, गुरु इन्ना समर्थ है, उन्नू ही उस दुनिया दा आगू बना देंदी है। अगर नीवे दा अखरी अर्थ है आगू। पाशयंग क्रोध अगर नीवे, निरासंग आस पूर्ण है, जिन्हां दियां किते आसां पूरीआं नहीं होईआं ना, गुरु नानक दे घर विच आओ, झोली अड्डो, गुरु नानक तुहाडीआं आसां पूरीआं करेगा। निरासंग आस पूर्ण, निर्धन भयंग धनवंते, जिहदे घर दे विच रोटी खाण नूं पैसा नहीं हैगा ना, गुरु नानक दे घर दे विच आओ, झोली अड्डो, गुरु नानक तुहाडीआं झोलियां भर देवेगा। ये गुरु ग्रंथ साहब का बचन, गुरु अर्जुन देव जी महाराज का श्लोक, सहस्कृति में श्लोक है। महाराज फरमाउंदे पाशयंग क्रोध अगर नीवे, निरासंग आस पूर्ण है, रोगियंग रोग खंड ने, निर्धन भयंग धनवंते। ते महाराज फरमाउंदे ये सारा कुछ मिलदा किदां? गुर सेवा क्यंक ना लभ्यते, कहंदे गुरु दी सेवा कर, तैनू की कुछ कहंदे दाता नहीं प्राप्त होणगियां। गुर का शब्द काटे कोट कर, गुरु दा शब्द, गुरु साडा समर्थ है, ओ साडे कीते होए माड़े कर्मां नू कट के वड के सुट देवेगा। नाल गुरु कहेगा कि अगे तो ये जिहड़े माड़े कर्म है ये नहीं करने। कल आपां जिथे तक कथा नूं आपां संकोचिया सी, महाराज फरमाउंदे, गुरु नानक देव जी महाराज फरमाउंदे सीगे, कहंदे जेती सिरट उपाई वेखा, जितनी भी मैं सृष्टि कहंदे देखी हुई है, विन कर्मा के मिले लई, कर्मा तो बगैर इन्हां नूं कहंदे कुछ नहीं मिलिया। पर एक थां ते महाराज दा बचन है जी होर। महाराज कहंदे एक रोजाना अमृत वेले उठ के आ रहा गुरुद्वारे, रोजाना नित नेम कर रहा, अमृत वेला सांभ रहा। कई बार उन्होंने सारी उम्र दात नहीं मिलती, ते परमात्मा इन्ना बख्शिंदा है, जिहड़ा कदी गुरुद्वारे नहीं आया ओदी झोली विच भी दात पा दिंदे आ। महाराज कहंदे एक जगंदे ना लहन, एक ना सुत्तियां दे उठाल, सुत्तियां नूं उठा के उन्हां दियां झोलियां भर दिंदा। इह ओदी खेड है साध संगत जी। महाराज फरमाउंदे जेती सिरठ उपाई वेखा, विन कर्मा कै मिले लई। अगली पंक्ति जी, मत विच रतन जवाहर मानिक, मानिक उच्चारण का ख्याल करियो, नाणे नूं थोड़ी जी सिहारी दी आवाज देनी है।
ਮਾਨਕ ਨਹੀਂ ਕਹਿ ਦੇਣਾ, ਮਾਨਿਕ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਦੀ ਪਹਿਲਾਂ ਗੱਲ ਕਰੀਏ, ਕਿਉਂਕਿ ਪਿਛਲੀ ਪੰਕਤੀ ਦੇ ਅਰਥ ਪਹਿਲਾਂ ਹੋਣਗੇ ਹਿੱਸੇ ਦੇ, ਫੇਰ ਮਤ ਵਿੱਚ ਰਤਨ ਤੇ ਜਵਾਹਰ ਮਾਨਕ ਹੋਣਗੇ। ਹੁਣ ਗੁਰੂ ਦੀ ਸਿੱਖਿਆ ਕੀ ਹੈ? ਵੈਸੇ ਤੇ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਇੱਕ ਬਚਨ, ਇੱਕ ਇੱਕ ਸ਼ਬਦ ਜਿਹੜਾ ਨਾ, ਉਹ ਸਿੱਖ ਦੇ ਲਈ ਸਿੱਖਿਆ ਹੀ ਹੈ, ਸਿੱਖ ਦੇ ਲਈ ਸਿੱਖਿਆ ਹੀ ਹੈ। ਪਰੰਤੂ ਫਿਰ ਵੀ ਆਪਾਂ ਦੋ ਚਾਰ ਜਿਹੜੇ ਵਿੱਚੋਂ ਪ੍ਰਮਾਣ ਲਈਏ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਾਡੇ ਸੰਬੰਧ। ਮਹਾਰਾਜ ਕਹਿੰਦੇ, ਗੁਰ ਕੀ ਮਤ ਤੂੰ ਲੈ ਇਆਨੀ, ਗੁਰੂ ਦੀ ਮੱਤ ਤੇ ਚੱਲ। ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਨਾ, ਮਹਾਰਾਜ ਕਹਿੰਦੇ ਉਹ ਬਿਨਾ ਭਗਤੀ ਤੋਂ ਉਹ ਡੁੱਬ ਗਏ ਹੈ। ਤੇ ਗੁਰੂ ਨਾਨਕ ਸਾਹਿਬ ਦਾ ਤੁਸੀਂ ਰੋਜ਼ਾਨਾ ਬਚਨ ਪੜ੍ਹਦੇ ਹੋ, ਤਿਤ ਸਰਵਰਲੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਡੁੱਬ ਰਹੇ ਹੈ। ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ। ਆ ਹੈ ਪਹਿਲੀ ਸਿੱਖਿਆ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਤੈਨੂੰ ਗੁਰੂ ਕਹਿੰਦਾ ਨਾ, ਉਹਨੂੰ ਕਹਿੰਦੇ ਉਹਦਾ ਭਾਣਾ ਕਰਕੇ ਮੰਨ। ਅਗਲੇ ਚਲੀਏ, ਮਹਾਰਾਜ ਸਾਨੂੰ ਸਿੱਖਿਆ ਦਿੰਦੇ ਆ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਪ੍ਰਿੰਸੀਪਲ ਹਰਭਜਨ ਸਿੰਘ ਸ਼ਹੀਦ ਕਾਲਜ, ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ, ਜਿਹੜਾ ਸ਼੍ਰੋਮਣੀ ਕਮੇਟੀ ਦਾ, ਇਹ ਉਹ ਕਾਲਜ ਹੈ ਜੀ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹਨਾਂ ਦੇ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਪੈਦਾ ਹੋਇਆ ਸੀ। 1921 ਦੇ ਵਿੱਚ ਉਹ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ, 1920 ਵਿੱਚ ਉਹ ਕਾਲਜ ਜਿਹੜਾ, ਉਹ ਕਾਲਜ ਦੇ ਜਿਹੜੇ ਸ਼ਹੀਦ ਹੈ, ਸ਼ਹੀਦਾਂ ਦੇ ਖੂਨ ਚੋਂ ਪੈਦਾ ਹੋਇਆ, ਉਦੋਂ ਉਹ ਕਾਲਜ ਬਣਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ। ਉੱਥੋਂ ਦੇ ਪ੍ਰਿੰਸੀਪਲ ਸੀਗੇ ਪ੍ਰਿੰਸੀਪਲ ਹਰਭਜਨ ਸਿੰਘ, ਤੇ ਆਪਣੇ ਬੱਚੇ ਨੂੰ 10 ਕੁ ਸਾਲ ਦੀ ਉਮਰ ਹੈ ਤੇ ਉਹਨੂੰ ਲੈ ਗਏ ਆ ਅੰਮ੍ਰਿਤ ਛਕਾਉਣ ਵਾਸਤੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੰਦਰੋਂ 5 ਪਿਆਰਿਆਂ ਨੇ ਬੱਚਾ ਬਾਹਰ ਭੇਜਤਾ ਕਿ ਤੂੰ ਹੱਲੇ ਅੰਮ੍ਰਿਤ ਨਹੀਂ ਛਕੇਗਾ, ਕਿਉਂਕਿ ਤੂੰ ਹੱਲੇ ਛੋਟਾ ਹੈ, ਤੇਰੇ ਤੋਂ ਹੱਲੇ ਪਾਠ ਨਹੀਂ ਹੋਣਾ, ਤੇਰੇ ਤੋਂ ਨਿਤਨੇਮ ਨਹੀਂ ਸਾਂਭ ਹੋਣਾ, ਤੇਰੇ ਤੋਂ ਕਿਰਿਆਵਾਂ ਨਹੀਂ ਸੋਧ ਹੋਣੀਆਂ, ਤੇਰੇ ਤੋਂ ਗੱਲ ਨਹੀਂ ਬਣਨੀ, ਤੂੰ ਨਹੀਂ ਹਲੇ ਅੰਮ੍ਰਿਤ ਦੇ ਲਾਇਕ। ਬੱਚਾ ਰੋਂਦਾ ਰੋਂਦਾ ਬਾਹਰ ਆ ਗਿਆ ਬਾਪੂ ਦੇ ਕੋਲ, ਬਾਪੂ ਜੀ ਮੈਨੂੰ ਤਾਂ ਉਹਨਾਂ ਨੇ ਬਾਹਰ ਭੇਜਤਾ। ਬਾਪੂ ਜੀ ਨੇ ਕੁੰਡਾ ਖੜਕਾਇਆ ਜਿੱਥੇ ਅੰਦਰ 5 ਪਿਆਰੇ ਸੀਗੇ, ਕੁੰਡਾ ਖੋਲਿਆ, ਕਹਿੰਦੇ ਮੈਂ ਇੱਕ ਬੇਨਤੀ ਕਰਨੀ ਹੈ 5 ਪਿਆਰਿਆਂ ਨੂੰ, ਫਿਰ ਬੇਸ਼ੱਕ ਮੈਨੂੰ ਬਾਹਰ ਭੇਜ ਦਿਓ, ਕਿਉਂਕਿ ਜਦੋਂ ਇੱਕ ਵਾਰੀ ਦੀਵਾਰ ਬੰਦ ਹੋ ਜਾਂਦਾ ਫਿਰ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ। ਤੇ ਉਹਨੇ ਬੇਨਤੀ, ਹੱਲੇ ਉਹਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਨਹੀਂ ਸੀ ਕੀਤੀ, ਹੱਲੇ ਸ਼ੁਰੂ ਹੋਣਾ ਸੀ ਅੰਮ੍ਰਿਤ ਸੰਚਾਰ, ਅੰਦਰ ਅੰਮ੍ਰਿਤ ਦੀ ਜਿਹੜੀ ਪ੍ਰਕਿਰਿਆ ਸਾਰੀ ਸ਼ੁਰੂ ਹੋਣੀ ਸੀਗੀ। ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਤੁਸੀਂ ਅੰਮ੍ਰਿਤ ਛਕਾਉਂਦੇ ਹੋ ਤੇ ਤੁਸੀਂ ਕਹਿੰਦੇ ਹੋ ਨਾ ਕਿ ਅੱਜ ਤੋਂ ਬਾਅਦ ਤੇਰਾ ਪਿਓ ਜਿਹੜਾ ਪਿਤਾ ਤੇਰਾ ਉਹ ਗੁਰੂ ਗੋਬਿੰਦ ਸਿੰਘ ਹੈ, ਤੇਰੀ ਮਾਂ ਜਿਹੜੀ ਹੈ ਉਹ ਮਾਤਾ ਸਾਹਿਬ ਕੌਰ ਹੈ, ਤੇ ਜਦੋਂ ਤੁਸੀਂ ਇੰਨਾ ਕੁਝ ਕਹਿੰਦੇ ਹੋ ਤੇ ਤੁਹਾਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਤੇ ਵਿਸ਼ਵਾਸ ਨਹੀਂ ਕਿ ਉਹ ਮੇਰੇ ਬੱਚੇ ਦਾ ਨਿਤਨੇਮ ਵੀ ਆਪ ਬੰਨਣਗੇ ਤੇ ਉਹ ਮੇਰੇ ਬੱਚੇ ਦੀ ਰਹਿਤ ਮਰਿਆਦਾ ਦੇ ਵਿੱਚ ਆਪ ਕਹਿੰਦੇ ਸਹਾਈ ਹੋਣਗੇ। ਜੇ ਤੁਹਾਨੂੰ ਨਹੀਂ ਕਹਿੰਦੇ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਫਿਰ ਹੋਰ ਕਿਸੇ ਨੂੰ ਕਿੱਦਾਂ ਵਿਸ਼ਵਾਸ ਹੋਵੇਗਾ। ਸਾਧ ਸੰਗਤ ਜੀ, ਅਸੀਂ ਕਹਿੰਦੇ ਆ ਆਮ ਤੌਰ ਤੇ ਮੇਰੇ ਕੋ ਰਹਿਤ ਨਹੀਂ ਸਾਂਭੀ ਜਾਣੀ, ਮੇਰੇ ਕੋ ਆ ਨਹੀਂ ਹੋਣਾ। ਤੁਸੀਂ ਜਦੋਂ ਗੁਰੂ ਦੇ ਕੋਲ ਆਉਂਦੇ ਹੋ ਹੱਥ ਖੜੇ ਕਰ ਦਿਓ, ਹੱਥ ਖੜੇ ਕਰ ਦਿਓ, ਗੁਰੂ ਜਾਣੇ ਫਿਰ ਉਹਨੇ ਕੀ ਕਰਨਾ। ਉਹ ਸਮਰੱਥ ਹੈ ਗੁਰੂ, ਉਹ ਸਾਰੇ ਕੰਮ ਕਰਨ ਦੇ ਸਮਰੱਥ ਹੈ। ਅਸੀਂ ਪੜ੍ਹਦੇ ਵੀ ਹਾਂ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ
ਸਮਰੱਥ, ਸਾਰੀਆਂ ਕਲਾਵਾਂ, ਸਾਰੀਆਂ ਸ਼ਕਤੀਆਂ ਦੇ ਵਿੱਚ ਗੁਰੂ ਜਿਹੜਾ ਉਹ ਸੰਪੂਰਨ ਹੈ। ਉਹਨਾਂ ਨੇ ਕਿਹਾ ਤੁਸੀਂ ਕਹਿੰਦੇ ਹੋ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ, ਸਾਡੀ ਮਾਤਾ ਸਾਹਿਬ ਕੌਰ ਜੀ, ਮਾਂ ਆਪੀ ਬੱਚੇ ਨੂੰ ਸਾਂਭੇਗੀ, ਇਹਦਾ ਪਿਓ ਆਪੀ ਸਾਂਭੇਗਾ, ਤੁਸੀਂ ਇਹਨੂੰ ਖੰਡੇ ਬਾਟੇ ਦੀ ਪਹੁਲ ਦਿਓ। ਬੇਨਤੀ ਕਰ ਰਿਹਾ ਸੀ ਗੁਰੂ ਦੀ ਸਿੱਖਿਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੇ ਚਿੰਤਾ। ਅੱਗੇ ਚਲੀਏ ਜੀ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਆ ਹੈ ਜੀ ਗੁਰੂ ਦੀ ਸਿੱਖਿਆ। ਜੇ ਇੱਕ ਗੁਰ ਕੀ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ, ਜਿਹੜਾ ਗੁਰੂ ਨੇ ਰਸਤਾ ਦੱਸਿਆ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਕਹਿੰਦੇ ਉਸ ਰਸਤੇ ਤੇ ਚੱਲ ਜੋ ਗੁਰੂ ਨੇ ਰਸਤਾ ਦੱਸਿਆ। ਹੋਰ ਲਈਏ ਇੱਕ ਦੋ ਸਿੱਖਿਆਵਾਂ। ਮਹਾਰਾਜ ਫਰਮਾਉਂਦੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਮੁਰਦਾਰ ਨਾ ਖਾਏ, ਕਿਸੇ ਦੇ ਹੱਕ ਨੂੰ ਖਾਣਾ, ਮਰੀਆਂ ਹੋਈਆਂ ਚੀਜ਼ਾਂ ਨੂੰ ਖਾਣਾ। ਮਹਾਰਾਜ ਕਹਿੰਦੇ ਗੁਰੂ ਨੇ ਤੇਰੀ ਹਾਮੀ ਨਹੀਂ ਉਹ ਭਰਨੀ। ਕਹਿੰਦੇ ਗੁਰੂ ਤੇਰਾ ਅੱਗੇ ਜਾ ਕੇ ਗਵਾਹ ਨਹੀਂ ਬਣਨਾ। ਮਹਾਰਾਜ ਫਰਮਾਉਂਦੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅਸੀਂ ਇੱਕ ਕਿਤੇ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤੇ ਸਾਡਾ ਲੋਕ ਵੀ ਸਬਰ ਜਾਵੇਗਾ ਤੇ ਪਰਲੋਕ ਵੀ ਸਬਰ ਜਾਵੇਗਾ। ਹੁਣ ਮਤ ਵਿੱਚ ਰਤਨ, ਵਿਦਵਾਨਾਂ ਨੇ ਇਹਦੇ ਅਰਥ ਕੀਤੇ ਆ ਕਿ ਸ਼ਬਦ ਦੀ ਗੱਲ ਕੀਤੀ ਹੈ, ਨਾਮ ਦੀ ਗੱਲ ਕੀਤੀ ਹੈ। ਨਾਮ ਦੀ ਗੱਲ ਕੀਤੀ, ਰਤਨ ਜਵਾਹਰ ਮਾਨਕ ਨਾਮ ਦੀ ਗੱਲ ਕੀਤੀ ਹੈ। ਚਲੋ ਵੈਸੇ ਬਾਣੀ ਵਿੱਚ ਇਹ ਵੀ ਗੱਲ ਕਹੀ ਹੈ ਗੁਰ ਕਾ ਸ਼ਬਦ ਰਤਨ ਹੈ। ਇੱਥੇ ਸ਼ਬਦ ਰਤਨ ਹੈ ਆਨੰਦ ਸਾਹਿਬ ਚ ਤੱਤੇ ਦੇ ਉੱਪਰ ਟਿੱਪੀ ਪਾਈ ਹੈ ਮਹਾਰਾਜ ਨੇ। ਰਤਨ ਨਹੀਂ ਉੱਥੇ ਪੜਨਾ, ਤੱਤੇ ਤੇ ਟਿੱਪੀ ਪਾਈ ਹੈ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰੂ ਦਾ ਸ਼ਬਦ ਇੱਕ ਹੀਰਾ ਹੈ, ਰਤਨ ਹੈ, ਰਤਨ ਹੈ, ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ। ਅਸੀਂ ਸ਼ਬਦ ਪੜ੍ਹਦੇ ਹਾਂ ਗੁਰ ਸਾਗਰ ਰਤਨੀ ਭਰਪੂਰੇ। ਗੁਰ ਸਾਗਰ ਰਤਨੀ, ਗੁਰੂ ਜਿਹੜਾ ਹੈ ਉਹ ਇੱਕ ਸਾਗਰ ਦੀ ਨਿਆਈ ਹੈ, ਉਹਦੇ ਵਿੱਚ ਰਤਨ ਹੈ। ਗੁਰ ਸਾਗਰ ਰਤਨੀ ਭਰਪੂਰੇ। ਅਸੀਂ ਸ਼ਬਦ ਪੜ੍ਹਦੇ ਹਾਂ ਰਤਨ ਲਾਲ ਜਾਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ। ਅੱਛਾ ਸਾਡੇ ਨਾ ਮੈਂ ਆਮ ਤੌਰ ਤੇ ਦੇਖਦਾ ਇਸ ਪੰਕਤੀ ਨੂੰ ਅਸੀਂ ਲੰਗਰ ਦੇ ਨਾਲ ਲਾਤਾ। ਇਹ ਪੰਕਤੀ ਲੰਗਰ ਵਾਸਤੇ ਨਹੀਂ ਹੈਗੀ, ਇਹ ਪੰਕਤੀ ਗੁਰੂ ਦੇ ਨਾਮ ਦਾ ਜਿਹੜਾ ਲੰਗਰ ਹੈ ਉਹਦੇ ਵਾਸਤੇ ਹੈ, ਉਹਦੇ ਵਾਸਤੇ ਹੈ। ਨਾਮ ਦੇ ਲੰਗਰ, ਸ਼ਬਦ ਦੇ ਲੰਗਰ ਦੀ ਗੱਲ ਹੋ ਰਹੀ ਹੈ। ਇਹ ਲੰਗਰ ਤੇ ਸਾਡੇ ਵਾਸਤੇ ਕੁਝ ਵੀ ਨਹੀਂ, ਇਹ ਸਾਡੇ ਘਰਾਂ ਵਿੱਚ ਹੀ ਪੱਕਦਾ, ਪਰ ਅਸਲੀ ਜਿਹੜਾ ਲੰਗਰ ਹੈ ਉਹ ਸ਼ਬਦ ਦਾ ਲੰਗਰ ਹੈ। ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ। ਲੰਗਰ ਉੱਥੇ ਮਾਤਾ ਖੀਵੀ ਦੇ ਘਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਵੀ ਚੱਲ ਰਿਹਾ ਤੇ ਨਾਮ ਦਾ ਲੰਗਰ ਵੀ ਚੱਲ ਰਿਹਾ। ਠੀਕ ਹੈ ਜੀ। ਅਸੀਂ ਬਚਨ ਪੜ੍ਹਦੇ ਹਾਂ ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਇੱਥੇ ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਿਕ। ਇੱਕ ਤਾਂ ਇਹਦੇ ਅਰਥ ਮਤ ਵਿੱਚ ਜਿਹੜੇ ਰਤਨ ਜਵਾਹਰ ਮਾਨਿਕ, ਇੱਕ ਤਾਂ ਸ਼ਬਦ ਦੀ ਗੱਲ, ਨਾਮ ਦੀ ਗੱਲ ਹੈ। ਮੈਂ ਨਾ ਸੰਪਰਦਾਇ ਸਟੀਕ ਪੜ੍ਹ ਰਿਹਾ ਸੀਗਾ, ਉਹਨਾਂ ਨੂੰ ਪੜਿਆ ਤੇ ਇੱਕ ਮੇਰੇ ਕੋਲ ਸਟੀਕ ਹੈ ਜੀ ਸੇਵਾ ਪੰਥੀ ਵਾਲਿਆਂ ਦਾ ਹੋਰ ਪਿਆ। ਮੈਂ ਤੁਹਾਨੂੰ ਉਧਰ ਵੀ ਕੀਤੀ ਸੀ ਬੇਨਤੀ ਕਿ ਮੈਂ 5 ਤੋਂ 7 ਸਟੀਕ ਪੜ੍ਹ ਕੇ ਪੌੜੀ ਫੇਰ ਮੈਂ ਤੁਹਾਡੇ ਨਾਲ ਵਿਚਾਰ ਕਰਦਾ। ਉਹ ਚ ਉਹਨਾਂ ਨੇ ਰਤਨ ਦੇ, ਜਵਾਹਰ ਦੇ ਤੇ ਮਾਨਕ ਦੇ ਬੜੇ ਜ਼ਬਰਦਸਤ ਅਰਥ ਕੀਤੇ ਆ ਜਿਹੜੇ ਮੇਰੇ ਅੰਦਰ ਨੂੰ ਨਾ ਟੁੰਬ ਗਏ। ਰਤਨ ਦੇ ਅਰਥ ਕੀ ਕੀਤੇ ਆ ਜੀ, ਬੜੇ ਧਿਆਨ ਨਾਲ ਸੁਣਿਓ। ਰਤਨ ਦੇ ਅਰਥ ਕੀਤੇ ਆ ਰਤ ਤੇ ਨਾ, ਤੋੜਿਆ ਰਤਨ ਨੂੰ। ਹੁਣ ਰਤ ਦਾ ਮਤਲਬ ਕੀ ਹੈ? ਪ੍ਰੀਤ। ਤੇ ਨਾ ਦਾ ਮਤਲਬ ਹੈ ਨਹੀਂ।
ਕਹਿੰਦੇ ਗੁਰੂ ਦਾ ਸ਼ਬਦ ਇਤਨਾ ਹੈ ਮਹਾਨ, ਗੁਰੂ ਦੀ ਸਿੱਖਿਆ ਇਤਨੀ ਹੈ ਮਹਾਨ ਕਿ ਤੇਰੇ ਅੰਦਰੋਂ ਸੰਸਾਰੀ ਪਦਾਰਥਾਂ ਦੇ ਨਾਲੋਂ ਪ੍ਰੀਤ ਜਿਹੜੀ ਆ ਉਹ ਤੋੜ ਦੇਵੇਗਾ। ਸੰਸਾਰੀ ਪਦਾਰਥਾਂ ਨਾਲੋਂ ਪ੍ਰੀਤ ਜਿਹੜੀ ਹੈ ਉਹ ਟੁੱਟ ਜਾਵੇਗੀ, ਤੇਰਾ ਮੋਹ ਜਿਹੜਾ ਉਹ ਟੁੱਟ ਜਾਵੇਗਾ। ਜਦੋਂ ਸਾਡਾ ਸੰਸਾਰੀ ਪਦਾਰਥਾਂ ਦੇ ਨਾਲੋਂ ਮੋਹ ਟੁੱਟਦਾ ਨਾ ਸੰਗਤ ਜੀ, ਫਿਰ ਸਾਡੇ ਅੰਦਰ ਪੈਦਾ ਹੁੰਦਾ ਵੈਰਾਗ। ਪਹਿਲੀ ਨਿਸ਼ਾਨੀ ਬਾਣੀ ਪੜਨ ਵਾਲਿਆਂ ਦਾ ਪਹਿਲਾ ਗੁਣ ਅੰਦਰ ਵੈਰਾਗ ਪੈਦਾ ਹੋਵੇਗਾ। ਰਤਨ ਦਾ ਆਖਰੀ ਅਰਥ ਹੈ ਰਤਨਾ, ਪ੍ਰੀਤ ਨਹੀਂ। ਜਦੋਂ ਅੰਦਰ ਸੰਸਾਰੀ ਪਦਾਰਥਾਂ ਨਾਲ ਪ੍ਰੀਤ ਨਹੀਂ ਹੋਵੇਗੀ ਫਿਰ ਤੇਰੇ ਅੰਦਰ ਵੈਰਾਗ ਪੈਦਾ ਹੋਵੇਗਾ। ਦੂਸਰਾ ਜਵਾਹਰ, ਜਵਾਹਰ ਨੂੰ ਉਹਨਾਂ ਨੇ ਦੋ ਹਿੱਸਿਆਂ 'ਚ ਕੀਤਾ, ਜਵ ਤੇ ਹਰ। ਜਵ ਦਾ ਆਖਰੀ ਅਰਥ ਹੈ ਚਾਲ, ਤੁਰਨਾ ਜਿਹਨੂੰ ਕਹਿੰਦੇ ਆ। ਹਰ ਦਾ ਆਖਰੀ ਅਰਥ ਹੈ ਕਿਸੇ ਨੂੰ ਹਰਨਾ, ਕਿਸੇ ਨੂੰ ਜਿੱਤਣਾ। ਕਹਿੰਦੇ ਤੇਰੇ ਅੰਦਰ ਉਹ ਇੱਕ ਚਾਲ ਪੈਦਾ ਹੋਵੇਗੀ ਜਿਹਦੇ ਨਾਲ ਤੂੰ ਕਿਸੇ ਦੇ ਚਿੱਤ ਨੂੰ ਹਰ ਲਏਗਾ, ਕਿਸੇ ਦੇ ਚਿੱਤ ਨੂੰ ਜਿੱਤ ਲਏਗਾ। ਉਹ ਚਾਲ ਮਹਾਰਾਜ ਨੇ ਕਿਹੜੀ ਦੱਸੀ ਹੈ? ਉਹ ਚਾਲ ਹੈ ਤੇਰੇ ਅੰਦਰ ਰੂਹਾਨੀਅਤ ਦਾ ਗਿਆਨ। ਅਸੀਂ ਕਹਿੰਦੇ ਨਾ ਇਸ ਬੰਦੇ ਨੂੰ ਗਿਆਨ ਬੜਾ, ਤੇ ਫਿਰ ਅਸੀਂ ਉਹਦੀ ਸਿਫਤ ਕਰਦੇ ਆ। ਕਹਿਣ ਤੋਂ ਭਾਵ ਕਿ ਅਸੀਂ ਉਹਦੀ ਗੱਲ ਨੂੰ ਮੰਨਦੇ ਆ। ਉਹ ਜਦੋਂ ਰੂਹਾਨੀਅਤ ਗਿਆਨ ਦੀਆਂ ਸਾਡੇ ਨਾਲ ਗੱਲਾਂ ਕਰੇਗਾ ਤੇ ਸਾਡੀ ਮਤ ਨੂੰ ਉਹ ਹਰ ਲਏਗਾ, ਮਤ ਨੂੰ ਉਹ ਜਿੱਤ ਲਏਗਾ। ਤੇ ਜਦੋਂ ਰੂਹਾਨੀਅਤ ਗਿਆਨ ਪਹਿਲਾ ਪੈਦਾ ਹੋਇਆ ਅੰਦਰ ਵੈਰਾਗ, ਦੂਸਰਾ ਪੈਦਾ ਹੋਇਆ ਗਿਆਨ ਜਿਹਨੂੰ ਰੂਹਾਨੀਅਤ ਗਿਆਨ ਕਹਿੰਦੇ ਆ, ਤੀਸਰਾ ਮਤ ਵਿੱਚ ਰਤਨ ਜਵਾਹਰ ਮਾਨਿਕ। ਹੁਣ ਮਾਨਿਕ ਦੇ ਅਰਥ ਕੀ ਕੀਤੀ ਹੈ? ਮਾਣ ਤੇ ਕੱਕਾ। ਕਹਿੰਦੇ ਤੂੰ ਕਿਸ ਚੀਜ਼ ਦਾ ਇਸ ਜਹਾਨ ਤੇ ਮਾਣ ਕਰਦਾ ਪਿਆ? ਕਹਿਣ ਤੋਂ ਭਾਵ ਕਿ ਤੇਰੇ ਅੰਦਰੋਂ ਮਾਣ ਖਤਮ ਹੋ ਜਾਏਗਾ ਤੇ ਨਿਮਰਤਾ ਆ ਜਾਵੇਗੀ। ਜਦੋਂ ਤੇਰੇ ਅੰਦਰ ਨਿਮਰਤਾ ਆਵੇਗੀ, ਤੇਰੇ ਅੰਦਰ ਦਾ ਹੰਕਾਰ ਤੇਰਾ ਖਤਮ ਹੋਵੇਗਾ ਨਾ, ਫਿਰ ਤੇਰੇ ਅੰਦਰ ਤਿੰਨ ਚੀਜ਼ਾਂ ਪੈਦਾ ਹੋਣਗੀਆਂ। ਸਾਧ ਸੰਗਤ ਜੀ, ਇਹ ਜਿਹੜੇ ਬਾਣੀ ਪੜਨ ਵਾਲੇ ਹੈ ਰੋਜ਼ਾਨਾ, ਉਹ ਉਹਨਾਂ ਦੇ ਅੰਦਰ ਅਵਸਥਾ ਆਵੇਗੀ। ਪਹਿਲੀ ਅਵਸਥਾ ਆਵੇਗੀ ਸਰਵਣ ਦੀ, ਦੂਸਰੀ ਅਵਸਥਾ ਆਵੇਗੀ ਮੰਨਣ ਦੀ, ਤੀਸਰੀ ਅਵਸਥਾ ਆਵੇਗੀ ਨਿਧ ਆਸਣ ਦੀ। ਨਿਧ ਆਸਣ ਦੇਖੋ, ਜਦੋਂ ਨਿਮਰਤਾ ਹੋਏਗੀ ਨਾ, ਫੇਰ ਹੀ ਅਸੀਂ ਕਿਸੇ ਦੀ ਗੱਲ ਨੂੰ ਸੁਣ ਸਕਦੇ ਹਾਂ, ਚਾਹੇ ਉਹ ਸਾਡਾ ਘਰ ਦਾ ਹੋਵੇ, ਚਾਹੇ ਸਾਡਾ ਗੁਰੂ ਹੋਵੇ, ਗੱਲ ਇੱਕੋ ਹੀ ਹੈ। ਅੱਜ ਅਸੀਂ ਆਪਣੇ ਬਾਪੂ ਦੀ ਗੱਲ ਨਹੀਂ ਸੁਣਦੇ ਕਿਉਂਕਿ ਨਿਮਰਤਾ ਨਹੀਂ ਹੈਗੀ। ਨਿਮਰਤਾ ਹੋਏਗੀ ਤੇ ਗੁਰੂ ਦੀ ਗੱਲ ਸੁਣਾਂਗੇ। ਸੁਣੀ ਹੋਈ ਗੱਲ ਨੂੰ ਫਿਰ ਅਸੀਂ ਮੰਨਾਂਗੇ। ਸਰਵਣ ਤੋਂ ਬਾਅਦ ਮੰਨਣਾ। ਜਦੋਂ ਸੁਣੀ ਹੋਈ ਗੱਲ ਨੂੰ ਮੰਨਿਆ, ਇਹ ਨਹੀਂ ਕਿ ਮੰਨਿਆ ਥੋੜੇ ਸਮੇਂ ਵਾਸਤੇ। ਮਹਾਰਾਜ ਕਹਿੰਦੇ ਨਿਧ ਆਸਨ। ਨਿਧ ਆਸਨ ਦਾ ਮਤਲਬ ਹੈ ਉਹ ਤੇਰੇ ਹਿਰਦੇ ਦੇ ਆਸਨ ਤੇ ਖਜ਼ਾਨਾ ਬਣ ਜਾਵੇਗਾ, ਉਹ ਤੇਰੇ ਹਿਰਦੇ ਦੇ ਆਸਨ ਤੇ ਆ ਕੇ ਬੈਠ ਜਾਵੇਗਾ। ਤਿੰਨ ਚੀਜ਼ਾਂ ਸਾਧ ਸੰਗਤ ਜੀ, ਮੱਤ ਵਿੱਚ ਰਤਨ ਜਵਾਹਰ ਮਾਨਿਕ। ਮਾਫ ਕਰਨਾ, ਮੈਂ ਵੀ ਇਹਦੇ ਅੱਜ ਤੱਕ ਜਿਹੜੇ ਅਰਥ ਕੀਤੇ ਸੀ ਨਾ, ਉਹ ਅਰਥ ਗੁਰੂ ਦਾ ਸ਼ਬਦ ਹੀ ਕੀਤਾ ਸੀਗਾ, ਉਹ ਵੀ ਅਰਥ ਹੈ। ਲੇਕਿਨ ਆਹ ਤਿੰਨ ਚੀਜ਼ਾਂ, ਰਤਨ ਦਾ ਆਖਰੀ ਅਰਥ ਹੈ ਵੈਰਾਗ ਪੈਦਾ ਹੋਣਾ, ਜਵਾਹਰ ਦਾ ਆਖਰੀ ਅਰਥ ਹੈ ਰੂਹਾਨੀਅਤ ਵਾਲਾ ਗਿਆਨ ਪੈਦਾ ਹੋਣਾ, ਔਰ ਮਾਨਿਕ ਦਾ ਆਖਰੀ ਅਰਥ ਹੈ ਮਾਨ ਖਤਮ ਹੋ ਕੇ ਤੇਰੇ ਅੰਦਰ ਆਉਣਾ, ਸਰਵਨ, ਮੰਨਣ ਤੇ ਨਿਧਿਆਸਨ। ਗੁਰੂ ਨੂੰ ਸੁਣਨਾ, ਗੁਰੂ ਨੂੰ ਮੰਨਣਾ ਤੇ ਗੁਰੂ ਦੀ ਕਹੀ ਹੋਈ ਗੱਲ ਜਿਹੜੀ ਮੰਨੀ ਹੈ ਉਹ ਆਪਣੇ ਹਿਰਦੇ 'ਚ ਵਸਾਉਣੀ। ਅੱਗੇ ਆਵੇਗਾ, ਪੰਕਤੀ ਆਵੇਗੀ, ਸੁਣਿਆ, ਮੰਨਿਆ, ਮਨ ਕੀਤਾ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣੀਆਂ ਜੀ। ਇਹ ਨਹੀਂ ਕਿ ਇਸ ਕੰਨ ਨਾਲ ਸੁਣ ਲਈ ਤੇ ਇਧਰੋਂ ਕੱਢਤੀ, ਇਹ ਨਹੀਂ। ਸੁਣਿਆ, ਮੰਨਿਆ, ਮਨ ਕੀਤਾ, ਭਾਉ ਤੇਰੇ ਅੰਦਰ ਪ੍ਰੇਮ ਪੈਦਾ ਹੋਵੇਗਾ। ਆਪਾਂ ਜਦੋਂ ਇਸ ਪੰਕਤੀ ਦੇ ਅਰਥ ਕਰਾਂਗੇ ਨਾ, ਫਿਰ ਆਪਾਂ ਵਿਸਥਾਰ ਨਾ ਕਰਾਂਗੇ। ਇੱਥੇ ਮਹਾਰਾਜ ਫਰਮਾਉਂਦੇ ਮੱਤ ਵਿੱਚ ਰਤਨ ਜਵਾਹਰ ਮਾਨਿਕ। ਫਿਰ ਧਿਆਨ ਨਾਲ ਸੁਣਿਓ, ਅੰਦਰ ਵੈਰਾਗ ਆਉਣਾ ਬਹੁਤ ਜ਼ਰੂਰੀ ਹੈ। ਅੰਦਰ ਗਿਆਨ, ਇੱਕ ਗਿਆਨ ਹੈ ਸਾਧ ਸੰਗਤ ਜੀ ਕਿਤਾਬਾਂ ਪੜ੍ਹ ਕੇ, ਇੱਕ ਗਿਆਨ ਹੈ ਗੁਰੂ ਦਾ ਗਿਆਨ ਜਿਹਨੂੰ ਰੂਹਾਨੀਅਤ ਵਾਲਾ ਗਿਆਨ ਕਹਿੰਦੇ ਆ। ਕਿਤਾਬੀ ਗਿਆਨ ਸਾਡਾ ਨੁਕਸਾਨ ਕਰ ਸਕਦਾ ਹੈ ਤੇ ਸਾਧ ਸੰਗਤ ਜੀ ਕਰ ਵੀ ਰਿਹਾ ਹੈ। ਤੁਸੀਂ ਪੁੱਛੋਗੇ ਕਿੱਦਾਂ? ਆ ਜਿਹੜੇ ਇੰਨੇ ਹਥਿਆਰ ਬਣੇ ਆ, ਇਹ ਗਿਆਨ ਦੇ ਕਰਕੇ ਬਣੇ ਆ ਔਰ ਇਹ ਨੁਕਸਾਨ ਹੀ ਕਰ ਰਹੇ ਆ।
हर देश दे कोल वध तो वध हथियार, ये नुकसान ही है। ये ज्ञान नहीं, महाराज कहते वो रूहानियत का ज्ञान जिस ज्ञान दे नाल तू परमात्मा की दरगाह ते कबूल होवेगा। ते तीसरा श्रवण मनन ते निधासन, ये तीन चीजां मत विच रतन जवाहर मानिक। जे एक गुर की सिख सुनी जे ला दिता महाराज ने। जे का मतलब है शर्त। महाराज कहते गुरु की गल मन्नेगा तो ये चीज़ां आणगियां, नहीं तो नहीं आणगियां। ते गुरु की गल एक होर हैगी है, महाराज कहते अमृत वेला सच्चा लांगे उठ, चलांगे उठ, नाम जप निस बासुर आराध, कारा तुझे ना व्यापी, नानक मिटे उपाध। चलांगे उठ, चलांगा शब्द सूरज दे चढ़न तो पहला दा शब्द समा, चलांगे उठ। फिर कहते नाम जप। अच्छा, एक तुसी बचन पढ़ते हो रोजाना, शायद तुसी तुहानू याद होवे, अंतर गुर आराधना, जिहवा जप गुर नाओ, नेत्री सतगुर पेखना, श्रवणी सुनना गुर नाओ। चार चीजां। अंतर गुर आराधना का मतलब की है? तू अपने बैड तो उठिया, उठदिया एक सूक्ष्म की अरदास कर परमात्मा के चरणों दे विच, अंदर ही अंदर, क्योंकि हले तू ब्रश नहीं किया, हले तू कुछ नहीं किया, अपने अंदरों अरदास कर। वो अरदास ये करके दातिया, 4 पहर रात तेरी रजा दे विच बतीत हुई है, 4 पहर दिन का आगाज आ रहा, मेरे ते बख्शिश करी, ये भी अपनी रजा दे विच लंघाई। ये है जी अंतर गुर आराधना। तू फिर नहा लिया, इशनान कर लिया, जिहवा जप गुर नाओ, अपनी इस रसना दे नाल नितनेम कर बैठ के। हले गुरुद्वारे आउण दी महाराज ने गल नहीं की। अंतर गुर आराधना, जिहवा जप गुर नाओ, नेत्री सतगुर पेखना। आ जा हुण गुरुद्वारे कहिए, नेत्री सतगुर, अखां दे नाल गुरु दे दर्शन कर आके। जदों आपां आने हैं गुरुद्वारे, सब तो पहला आपां दर्शन ही कर देना, नेत्री सतगुर पेखना। फिर कहते मत्था टेक के बैठ जा, श्रवणी सुनना गुर नाओ, अपने कन्ना दे नाल उस गुरु दियां गल्लां सुन के। 4 काम सिख ने करने है जी। फिर की होएगा? सतगुर सेती रत्या, दरगाह पाइया ठाओ। फिर तेनू परमात्मा दी दरगाह दे विच तेरी जिहड़ी जगह ना वो बनदी पई है, वो मकान तैयार हो रहा, तेरी उथे कोठी तैयार हो रही है, तेरा उथे महल तैयार हो रहा। ते जदों तू जाना इथों, फिर तेनू सीधा ही महाराज ने उस महल दे विच बिठाउणा। तू हेठां मेहनत कीती है। साध संगत जी, संत से मस्कीन एक बड़ी प्यारी गल क्या करदे सिख कौम दे महान विद्वान पंथ रतन, कहंदे जिस घर दे विच एक बच्चा एक प्राणी किते गुरु ग्रंथ साहब नाल जुड़ जावे ना, वो सारे खानदान दा पार उतारा कर दिंदा। ते मैं जदों उन्हां दी गल सुनी ते मैं कहा एवं गप जी मारी है, पर जदों मैं बाणी पढ़ी ना, बाणी विच पंक्ति लिखी है साध संगत जी, जिस सिमरत सब किल बिख नासे, पितरी होए उधारो। हुण पितर किहड़े है? महाराज उन्होंने ते इत्थे खानदान की गल की। गुरु अर्जन देव जी तां कहंदे आ, जिहड़े पितर तेरे इथों जा चुके हैं, उन्होंने भी अगर तू बाणी पढ़ेगा तो जे किते नरकां च बैठे तो वह भी स्वर्गां च आ जाएंगे। जिस सिमरत सब किल बिख नासे, पितरी होए उधारो। पितरी होए उधारो, तेरे पितरां दा भी उधार जिहड़ा वो हो जाएगा। इस करके बाणी पढ़नी साडे वास्ते बहुत ज्यादा जरूरी है। कल असीं ना किते बैठे सीगे परसों, ते उत्थे गल चली कि विदेशों के विच ना अफगानियां ने गुरुद्वारे बनाए हैं। अफगानी सिख कौम नूं बहुत मनदे, अफगानी जिहड़े सिख हैगे आ, ते नाल गल चली कि वो बाणी बड़ी पढ़दे आ, ते नाल दूजा बैठा कहंदा उन्हां कोले पैसे घट आ तां बाणी पढ़दे आ। देखो सोच साडी कित्थे टिकी हुई है कि बाणी असीं पैसे कमाउण वास्ते
पढ़नी है? नहीं। तू इस गल नूं अगे लिया के नहीं बाणी पढ़नी कि मैं पैसे कमाने, तू सिर्फ इसलिए बाणी पढ़नी है कि महाराज मेरी आत्मा जिहड़ी है ना वो तेरे नाल जुड़ जावे, परमात्मा नाल जोड़न वास्ते। तुसीं रोजाना एक शाम नूं बचन पढ़दे हो सोहिला साहब दा, करूं बेनंती। साडा बच्चा ना आखे नहीं लगदा ते असीं उहनूं पहलां समझावांगे कि पुत इदां नहीं करना, फिर नहीं आखे लग्या, गलती कीती, फिर असीं उहनूं झिड़कांगे, इदां ही करांगे ना। फिर आखे नहीं लग्या ते फिर असीं अपने रिश्तेदार इकट्ठे करांगे, यार तुसीं समझाओ इहनूं। इदां ही है ना, ये बेनतियां हो रहीआं। जदों फिर आखिर हद खत्म हो जाएगी, फिर बापू पता की करेगा, उन्होंने अंदर लैके वड़ जाएगा, कुंडा मारेगा, रब दा वास्ता पुत मेरी पग दा ख्याल कर, करूं बेनंती। गुरु अर्जन देव जी महाराज भी सानू ये गल कहते हैं, कहते पुत्रा मैं तेरे अगे बेनती कर रहा, तू मेरे घर दे विच पैदा होया। सीधे जे लफ्जां च कह ला, गुरु अर्जुन देव जी भी कह रहा मेरी पग दा ख्याल करी। करूं बेनंती सुनहो मेरे मीता संत टहल की बेला, इहां खाट चलो हर लाहा आगे बसन सुहेला। इहदे च पंक्ति आउंदी है निज घर महल। मैं जी आत्मा की गल कर लगा सी परमात्मा दे नाल, शब्द है निज घर ते महल, दो शब्द जी। निज घर नूं वखरा करो, निज घर दा मतलब है मेरा अपना घर। महल हुण जिहड़ा एक हुंदा घर ते एक हुंदा महल, ये ते मनदे आ ना भी घर दे विच ते महल विच फर्क हुंदा। महल वड्डे हुंदे आ राजियां महाराजियां दे, ते घर साडे वर्गे गरीबां दे 2 रूम बेडरूम ते इन्ना की अपना गुजारा, इन्ना की ना। महाराज इत्थे हुण निज घर दा की अर्थ है? निज घर दा अर्थ है सिखा तेरी आत्मा, ते महल दा आखरी अर्थ है परमात्मा। महाराज कहंदे निज घर महल पावो सुख, इस आत्मा नूं परमात्मा दे नाल जोड़ दे, तैनूं दुनिया दे सुख सारे प्राप्त हो जाणगे, बहुड़ ना होएगो। देखो सौण लग्गिया भी महाराज साडे ते किड्डी वड्डी बख्शिश करदे आ। करूं बेनंती सुनहो मेरे मीता संत टहल की बेला, इहां खाट चलो हर लाहा आगे बसन सुहेला। महाराज कहंदे औद घटै दिन सिरै नारे, मन गुर मिल काज सवारे। रहाओ दी पंक्ति आ गई। फिर महाराज कहंदे निज घर महल पावो सुख सहजे, बहुर ना होएगो फेरा। फिर तेरा आन जान इथों जड़ा ना। देखो निज घर नूं अज तो बाद तुसीं जो पाठ करना ना ते महल नूं पाठ करना ना, निज घर समझियो साडी आत्मा ते महल समझियो परमात्मा। जिदन ये आत्मा परमात्मा दे विच एकमिक हो गई, उदन साडा जन्म मरण जड़ा कट्टिया जाना। उदन फिर असी शरीर दे रूप ते नहीं जीवांगे, उदन असी आत्मा दे रूप ते जीवांगे। ते जिहड़ी आत्मा ना उन्नू कदी दुख नहीं हुंदा, उन्नू कदी सुख नहीं हुंदा, उन्नू कदी ठंड नहीं लगदी ते उन्नू कदी गर्मी लगदी। गुरु ग्रंथ साहब दा वचन आत्मा पार ब्रह्म का रूप, आत्मा पार ब्रह्म का रूप। महाराज कहंदे चलो पाई विष्णु किते फिर खोलांगे। आखिरी जिहड़ी पंक्ति है गुरा, इनू गुरा नहीं कहना, रारे ते बिंदी ला के नहीं बोलनी गुरा। एक देह बुझाई सबना जियां का एक दाता, सो मैं सा संगत जी। कल आपां दाते दे अर्थ कीते सीगे, सानू रोटियां दे रहा है ना। ते गुरु ग्रंथ साहब जी महाराज कहंदे जगत भिखारी फिरत है सबको दाता, असी सारे भिखारी हां। जाचक अनेक सो एक दवैया, देन वाला एक है, असी मंगण वाले जाचना करने वाले बहुत है। एक होर बचन, हम भीखक पेखारी तेरे, तू निजपत है दाता। अज ना मैं आनंद साहब की बाणी पढ़ रहा सी आउण तो पहला नितनेम दे विच, ते पढ़दियां पढ़दियां एक पंक्ति शायद 27वीं पौड़ी है या 28वीं पौड़ी है। माता के उदर में, दाते की गल कर लगा, माता के उदर में प्रतिपाल करे। महाराज कहंदे सो क्यों मनो
विसारिया। मनो क्यों विसारिया एवड दाता, जे अगन में आहार, इस तो वड्डा होर दाता किथे हो सकता है। दे आहार अगन में, ऐसा खसम हमारा, ऐसा वो मालिक है जिहड़ा सानू बलदी हुई अग दे विच भी सानू भोजन दे रहा। माता के उदर में है प्रतिपाल करे। मैं ना ये पौड़ी पढ़दिया मैं रुक गया। मैं क्या महाराज तू किड्डा बेअंत है। तू जानी कदी इस गल नूं महसूस करो साध संगत जी, उस समय साडियां बावां भी सी, साडियां लत्तां भी सी, साडा शरीर भी सी, लेकिन उस शरीर दे विच इन्नी हरकत नहीं सी कि आप उठ के कोई चीज चक लवे। माता के उदर में है प्रतिपाल करे, ते महाराज कहते सो क्यों मनो विसारिय। मनो क्यों विसारिय एवड दाता, जे अगन मह आहार पहुंचावे। फिर उसनू क्यों पोह ना सकी, उन्नू कहते सेक जेड़ा ना बिल्कुल नहीं उन्हें लगन दिता। कहते परमात्मा ने सेक जेड़ा बिल्कुल नहीं लगन दिता। अज तुसीं देखो गैस तुहाडे घरां च माड़ा जिहा हथ ला के देखो की बनदा, भंगड़ा पाउण लग पैंदे आ जदों सेक लगदा। लेकिन उस अवस्था नूं साध संगत जी महसूस करिए भी वो किड्डा वड्डा दाता है, और उस दाते नूं असीं ना भुल्लीए ना। साध संगत जी तुसीं भी अपने नित दे कारज करने हैं, दास ने भी करने हैं, लेकिन अपने कारजां दे करन दे विच ओदी याद ना दूर जाइए। जिन्नू भगत त्रिलोचन जी कहते हैं, हाथ पांव कर काम सब चीत निरंजन नाल। तू अपने दफ्तर दी कुर्सी ते बैठा होया भी अपने चित्त नू उस परमात्मा नाल जोड़ सकदा। हाथ पांव कर काम सब, उठत बैठत सोवत नाम। उठत बैठ मार्ग चलत हरे हर गाइए। गड्डी दा स्टीयरिंग फड़िया, मोटरसाइकिल दा स्टीयरिंग फड़िया, चौपाई साहब शुरू कर लो, मूल मंत्र शुरू कर लो। इन्ना की आपां कर सकते हैं। कल भी बेनती की सीगी, गुरु रामदास जी कहते हैं तू मेरे वास्ते आटा लैके आ रहा, तू मेरे वास्ते पैसे लैके आ रहा, ठीक है मैं ते खाने नहीं, खाने ते तू ही आ या तेरे साथियों ने खाने हैं, पर मेरे वास्ते कुछ लैके आ। महाराज तुहाडे वास्ते की लैके आईए? कहते मेरे वास्ते रस्ता जिहड़ा तेरा घंटे डेढ़ घंटे का ना, उस रस्ते दे विच सिमरन दी पूंजी इकट्ठी कर, सिमरन नूं इकट्ठा कर, सिमरन कर ते आके मेरे चरनां विच रख दे। ओही कहंदे मैनूं चाहीदा। ये गुरु रामदास जी साडे तो मंगदे है जी। पुकार है हाथ रखांगा, इन्नियां को बेनतियां प्रवान करनियां। फिर दोबारा आखिरी पंक्ति, गुरा एक देह बुझाई सबना जियां का एक दाता, का एक दाता। सारी लुकाई नूं गुरु नानक देव जी एक प्लेटफॉर्म ते इकट्ठा कर रहे हैं। सबना जियां का एक दाता, सो मैं उन्होंने असी किते भुल ना जाइए। ये महाराज अरदास करते पे है। अरदास चार अखरां दे मेल तो बनी है, ऐड़ा रारा दद्दा ते सस्सा, इहो ही है ना जी। चलो विच मात्रावां छड्ड दो। ऐड़े दा अखरी अर्थ की है? अंतरजामी। जिहदे अगे अरदास करदे हन रौला पाउण दी लोड़ नहीं। वो जदों आपां घर तो चले आ ना, उदों ही साडा फुरना उन्हें सुन लिया भी ये की मंगन आ रहा। अंतरजामी पुरख विधाते सरदा मन की, कट कट के अंतर की जानत। राखा तू मेरा राखा सबनी थाई, तू मेरा राखा है हर जगह ते असी बचन भी पढ़ते हैं गुरु गोबिंद सिंह जी महाराज दा जाप साहब दे विच, सदा अंग संगे दुकालंग परनासी दयालंग स्वरूपे, सदा अंग संगे अपंगंग विभूते, अपंगंग विभूते, सदा अंग संगे। ओ कर बाहर तेरा परवासा, तू जन के है संग। अज हुक्मनामे तो बाद यह शब्द लग्या सीगा महाराज दे दरबार साहब दे विच, कर बाहर तेरा परवासा, तू जन के है संग। रारे दा अखरी अर्थ है रखवाला।
दद्दे का क्रिया अर्थ दाता, दाता वंडन वाला। दद्दा दाता एक है, सबको देवनहार। ते आखिरी शब्द है सहारा, सस्सा। सस्से का क्रिया अर्थ है सहारा जी। सहारा शब्द गुरु ग्रंथ साहब च सिद्धा नहीं आया। सहारे दे परायवाची शब्द आए है टेक, आसरा जिन्हों कहने हैं। जा आया हैगा भरोसा, तेरे भरोसे प्यारे मैं लाड लड़ाया। महाराज कहते तरजी अरे एक टेक तू लाहे बिडानी आस छड़ दे सारियां आसां। तरजी अरे एक टेक तू लाहे बिडानी आस, नानक नाम ध्याई है कारज आवे रास। तेरे सारे कारज रास आ जाएंगे। सबना जियां का एक दाता सो मैं विसरना जाई गुरा एक देह बुझाई। इतनियां को बेनतियां हुण तक प्रवान करनियां, होइयां भुल्लां चुकां खिमा करनियां। वाहिगुरु जी का खालसा, वाहिगुरु जी की फतेह।